ਮਿਸਟੇਕ ਦੀ ਵਜ੍ਹਾ ਤੋਂ ਹੀ ਬੰਦਾ ਫਿਰ ਦੁਬਾਰਾ ਸੜਕਾਂ ਤੇ ਗਲੀਆਂ 'ਚ ਰੁਲਦਾ ਵਾ। ਉਹਦੀ ਵਜ੍ਹਾ ਇਹੀ ਹੁੰਦੀ ਆ ਕਿ ਗਲਤ ਪਲੈਨਿੰਗ, ਗਲਤ ਯਾਰੀਆਂ ਦੋਸਤੀਆਂ, ਗਲਤ ਬਹਿਣਾ ਉੱਠਣਾ, ਇਹ ਜਿਹੜਾ ਚੀਜ਼ਾਂ ਆ ਨਾ ਉਹ ਬੰਦੇ ਨੂੰ ਤਬਾਹੋ ਬਰਬਾਦ ਕਰ ਦਿੰਦੀਆਂ। ਅਤੇ ਜਨਾਬ ਅੱਜ ਦਾ ਕਿੱਸਾ ਵੀ ਇਹੀ ਆ ਕਿ ਦੋਸਤੀ ਯਾਰੀ ਦੇ ਮਾਮਲੇ 'ਚ ਕਿ ਕਈ ਦਫਾ ਦੋਸਤੀਆਂ ਬੰਦੇ ਨੂੰ ਦਲਦਲ 'ਚੋਂ ਕੱਢ ਲੈਂਦੀਆਂ ਅਤੇ ਕਈ ਦਫਾ ਦੋਸਤੀਆਂ ਤਬਾਹੋ ਬਰਬਾਦ ਕਰ ਦਿੰਦੀਆਂ। ਹਾਂਜੀ ਜਨਾਬ, ਅੱਜ ਦਾ ਕਿੱਸਾ ਪਾਕਿਸਤਾਨ ਪਸ਼ਤੋ ਫਿਲਮਾਂ ਦੀ ਬੜੀ ਕਾਮਯਾਬ ਹੀਰੋਇਨ, ਆਪਣੇ ਦੌਰ ਦੀ ਬਦਰ ਮਨੀਰ ਹੀਰੋ, ਉਹਦੇ ਨਾਲ ਹੀਰੋਇਨ ਦੇ ਤੌਰ 'ਤੇ ਕੰਮ ਕਰਦੀ ਰਹੀ ਉਹ। ਲਓ ਜੀ, ਅੱਜ ਉਹਦੇ ਬਾਰੇ 'ਚ ਗੱਲ ਲੈ ਕੇ ਆਇਆ ਵਾਂ। ਨਾਮ ਕੀ ਸੀ? ਫਿਲਮ ਸਟਾਰ ਆਂਚਲ ਖਾਨ। ਔਰ ਸ਼ਾਇਦ ਤੁਸੀਂ ਯੂਟਿਊਬ ਦੇ ਅੰਦਰ ਕਿਸੇ ਜਗ੍ਹਾ ਦੇਖਿਆ ਹੋਵੇਗਾ ਕਿ ਅੱਜ ਉਹਦੀ ਹਾਲਤ ਜਿਹੜੀ ਨਾ ਕਾਬਲੇ ਰਹਿਮ ਆ। ਔਰ ਇਹ ਹੀਰੋਇਨ ਬਦਰ ਮਨੀਰ ਸੁਪਰਸਟਾਰ ਪਸ਼ਤੋ ਫਿਲਮਾਂ ਦਾ ਉਹਦੇ ਨਾਲ ਹੀਰੋਇਨ ਆਉਂਦੀ ਰਹੀ। ਔਰ ਹਾਲਤ ਇਹ ਆ ਕਿ 100 ਫਿਲਮਾਂ ਦੇ ਅੰਦਰ ਜਿਹੜਾ ਨਾ ਕੰਮ ਕਰਨ ਤੋਂ ਬਾਅਦ ਤੁਸੀਂ ਆਪ ਸੋਚ ਸਕਦੇ ਹੋ ਕਿ ਬੰਦਾ ਕਿੰਨਾ ਕੁ ਮੁਆਵਜ਼ਾ ਉਹਦਾ ਲੈ ਸਕਦਾ, ਉਹ ਕੀ ਕੁਛ ਕਰ ਸਕਦਾ। ਅਤੇ ਜਨਾਬ ਗੱਲ ਕਹਿਣ ਦਾ ਮਕਸਦ ਇਹ ਆ ਕਿ ਜਿਹੜਾ ਨਾ ਸਿਰਫ ਇਹ ਨਹੀਂ ਹੁੰਦਾ, ਸੰਭਾਲਣਾ ਵੀ ਬੜੀ ਗੱਲ ਹੁੰਦੀ ਆ। ਹੁਣ ਦੇਖੋ ਜੀ, ਇੰਨੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੀ, ਔਰ ਖ਼ਾਸ ਕਰ ਕਹਿੰਦੇ ਆ ਕਿ ਉਹਦੇ ਜਿਹੜਾ ਨਾ ਉਸ ਦੌਰ ਵਿੱਚ ਉਹਦੇ ਕੋਲ ਜਿਹੜਾ ਨਾ 500 ਸੂਟ ਅਤੇ ਸਾੜੀਆਂ ਉਹ ਆਪਣੀ ਮਲਕੀਅਤ ਸੀ। ਮਕਸਦ ਇਹ ਆ 14 ਸਾਲ ਦੀ ਉਮਰ 'ਚ ਉਹਨੇ ਪਹਿਲੀ ਦਫਾ ਐਜ਼ ਏ ਹੀਰੋਇਨ ਜਿਹੜਾ ਨਾ ਕੰਮ ਕੀਤਾ ਬਦਰ ਮਨੀਰ ਨਾਲ। ਔਰ ਉਸ ਤੋਂ ਬਾਅਦ ਹਾਲਤ ਐਸੀ ਅੱਛੀ ਹੁੰਦੀ ਗਈ ਕਿ ਦੇਖੋ ਕਿ ਜਿਹਦੇ ਕੋਲ 500 ਸੂਟ ਸਾੜੀਆਂ ਹੋਣ ਅਤੇ ਅੱਜ ਉਹਦੇ ਕੋਲ ਸ਼ਾਇਦ ਆਪਣਾ ਜਿਹੜੇ ਨਾ ਤਨ 'ਤੇ ਪਾਏ ਹੋਏ ਕੱਪੜੇ ਉਹ ਵੀ ਸ਼ਾਇਦ ਆਪਣੇ ਨਹੀਂ ਹੈ, ਕਿਸੇ ਨੇ ਇਸ ਤਰ੍ਹਾਂ ਹੀ ਸ਼ਾਇਦ ਦਿੱਤੇ ਹੋਣ। ਔਰ ਦੇਖੋ ਜੀ, ਸੂਟਾਂ ਸਾੜੀਆਂ ਦੇ ਮਾਮਲੇ 'ਚ ਇਹ ਰਾਏ ਹੈਗੀ ਆ, ਕਹਿੰਦੀ ਆ ਉਹ ਉਹਦੀ ਜ਼ਬਾਨੀ ਆ ਕਿ ਜਿਹੜਾ ਸੂਟ ਜਿਹੜੀਆਂ ਸਾੜੀਆਂ ਮੈਂ ਇੱਕ ਦਫਾ ਪਾ ਲੈਂਦੀ ਸੀ ਨਾ, ਉਹ ਮੈਂ ਕਦੀ ਦੁਬਾਰਾ ਨਹੀਂ ਸੀ ਪਾਈ। ਠੀਕ ਆ ਜੀ। ਮਕਸਦ ਕਹਿਣ ਦਾ ਇਹ ਆ ਕਿ ਯਾਰ ਆਖਰ ਐਸਾ ਕਿਹੜਾ ਮਾਮਲਾ ਪੇਸ਼ ਆਇਆ ਕਿ ਜਿਹਦੀ ਵਜ੍ਹਾ ਤੋਂ ਨਾ ਕਿ ਉਸ ਹੀਰੋਇਨ ਨੂੰ ਬੁਰੀ ਤਰ੍ਹਾਂ ਨਾ ਜਿਹੜਾ ਜ਼ਵਾਲ ਦਾ ਸਾਹਮਣਾ ਕਰਨਾ ਪਿਆ। ਦੇਖੋ ਜੀ, ਆਪਣੇ ਦੌਰ ਵਿੱਚ ਮੇਰਾ ਖਿਆਲ ਆ ਕਿ ਦੱਸਦੇ ਆ ਕਿ 7 ਮੁਲਕਾਂ ਦੀ ਉਹਨੇ 7-8 ਮੁਲਕਾਂ ਦੀ ਸੈਰ ਕੀਤੀ ਹੋਈ ਐਜ਼ ਏ ਪਰਫੋਰਮੈਂਸ ਦੇ ਸਿਲਸਿਲੇ ਨਾਲ। ਦੁਬਈ, ਯੂਰਪ ਦੇ ਬਹੁਤ ਸਾਰੇ ਮੁਲਕ, ਸਿੰਗਾਪੁਰ, ਹਾਂਗਕਾਂਗ, ਇਸ ਤਰ੍ਹਾਂ ਦੇ ਜਿਹੜੇ ਦੂਸਰੇ ਮੁਲਕ 7-8 ਮੁਲਕ ਦੱਸਦੇ ਆ ਕਿ ਉਹਨੇ ਸੈਰ ਕੀਤੀ ਹੋਈ, ਜਿਹਦੇ 'ਚ ਕਤਰ ਵਗੈਰਾ। ਮਕਸਦ ਇਹ ਆ ਕਿ ਬਹੁਤ ਸਾਰੇ ਮੁਲਕ ਜਿਹੜੇ ਸੀ ਨਾ ਉਹ ਜਾ ਕੇ ਅਤੇ ਪਰਫੋਰਮੈਂਸ ਕਰਦੀ ਰਹੀ। ਅਤੇ ਅੱਜ ਦੇਖ ਲਓ, ਆਪਣੇ ਹੀ ਪਾਕਿਸਤਾਨ ਦੇ ਅੰਦਰ ਉਹ ਫੁੱਟਪਾਥ ਦੇ ਉੱਤੇ ਜ਼ਿੰਦਗੀ ਬਸਰ ਕਰ ਰਹੀ ਆ। ਕੀ ਵਜ੍ਹਾ ਐਸੀ? ਦੇਖੋ ਜੀ, ਵਜ੍ਹਾ ਇਹੀ ਆ ਕਿ ਦੇਖੋ ਜਦੋਂ ਬੰਦਾ ਪਲਾਨ ਨਹੀਂ ਕਰਦਾ, ਸਭ ਕੁਛ ਕਮਾਇਆ, ਸਭ ਕੁਛ ਕੀਤਾ, ਦੱਸਦੇ ਆ ਕਿ ਉਹਦੀ ਆਪਣੀ ਜ਼ਬਾਨੀ ਆ ਕਿ ਮੇਰੇ ਕੋਲ ਜਿਹੜਾ ਨਾ ਜਿਹੜੀ ਜਾਇਦਾਦ ਸੀ ਨਾ ਮੇਰੀ, ਉਹ ਮੈਂ 18 ਮਰਲੇ ਦੇ ਅੰਦਰ ਆਪਣੀ ਕੋਠੀ ਬਣਾਈ ਹੋਈ ਸੀ। ਠੀਕ ਆ, ਜਿਹਦੇ 'ਚ ਦੁਨੀਆ ਦੀ ਆਜ਼ਾਇਸ਼ ਉਹਦੇ ਅੰਦਰ ਸੀ। ਔਰ ਦੂਸਰੀ ਗੱਲ ਇਹ ਆ ਕਿ 30 ਤੋਲੇ ਜ਼ੇਵਰ, ਸੋਨੇ ਦਾ ਜ਼ੇਵਰ, ਉਹ ਕਹਿੰਦੇ ਉਹ ਦੱਸਦੀ ਆ ਮੇਰਾ ਜ਼ਾਤੀ ਆਪਣਾ ਸੀ, ਮਲਕੀਅਤ ਮੇਰੀ। ਮਕਸਦ ਇਹ ਆ। ਔਰ ਦੇਖੋ ਜੀ, ਇਹ ਉਸ ਦੌਰ ਵਿੱਚ 10 ਸਾਲ ਪਹਿਲੇ ਦੀ ਗੱਲ ਆ, ਇਹ ਕੋਈ ਇੰਨੀ ਕਮ ਮਾਲੀਤ ਵੀ ਨਹੀਂ ਸੀ ਹੈਗੀ। ਔਰ 2 ਵੱਡੀਆਂ ਗੱਡੀਆਂ 2D XLI ਵਗੈਰਾ ਜਿਹੜੀਆਂ ਉਸ ਦੌਰ 'ਚ ਬੜੀਆਂ ਬਿਹਤਰੀਨ ਗੱਡੀਆਂ ਲੋਕ ਸਮਝਦੇ ਸੀ। ਦੇਖੋ, ਉਹ 2 ਗੱਡੀਆਂ ਉਹਦੀਆਂ ਆਪਣੀਆਂ ਮਲਕੀਅਤ। ਔਰ ਮੁਲਾਜ਼ਮ ਵੀ ਹੋਣਗੇ, ਘਰ ਮੁਲਾਜ਼ਮਾਂ, ਖਾਣਾ ਦਾਣਾ, ਹੋਟਲਿੰਗ, ਲੋਕਾਂ ਦੀਆਂ ਦਾਵਤਾਂ, ਲੋਕਾਂ ਨੇ ਬੁਲਵਾਉਣਾ ਕਿ ਸਾਡੇ ਵੱਲ ਆਓ ਜੀ, ਸਾਡੇ ਵੱਲ ਆਓ। ਮਕਸਦ ਇਹ ਆ ਕਿ ਹੋਇਆ ਕੀ, ਇਹ ਸਾਰਾ ਮਾਮਲਾ ਜਿਹੜਾ ਸੀ ਕਿੱਥੇ ਐਸੀ ਮਿਸਟੇਕ ਹੋਈ ਜਿਹਦੀ ਵਜ੍ਹਾ ਤੋਂ ਸਾਰਾ ਕੁਛ ਬਰਬਾਦ ਹੋ ਗਿਆ। ਦੇਖੋ ਜੀ, ਹਾਲਾਂਕਿ ਉਹਨੇ ਗਲਤ ਕੰਮ ਨਹੀਂ ਕੀਤਾ। ਉਹਦੇ ਬਕੌਲ ਉਹ ਕਹਿੰਦੀ ਜੀ ਕਿਉਂਕਿ ਮੈਂ ਇੱਕ ਸਟਾਰ ਸੀ,
ਮੈਨੂੰ ਆਪਣੀ ਜਾਨ ਦਾ ਵੀ ਕਾफ़ੀ ਖਤਰਾ ਸੀ ਕਿ ਕੋਈ ਮੇਰੇ ਨਾਲ ਐਸਾ ਸਾਨੇਹਾ ਨਾ ਹੋ ਜਾਏ, ਕਿਉਂਕਿ ਪਰਸਤਾਰ ਬਹੁਤ ਜ਼ਿਆਦਾ ਸੀ। ਤੇ ਉਹਨੇ ਆਪਣਾ ਸਾਰਾ ਜਿਹੜਾ ਸੀ ਨਾ, ਕੋਠੀ ਵਗੈਰਾ ਜਿੰਨੀ ਜਾਇਦਾਦ ਸੀ, ਗੱਡੀਆਂ ਕਾਰਾਂ, ਉਹ ਆਪਣੀ ਵਾਲਦਾ ਦੇ ਨਾਮ ਲਾਤੀਆਂ। ਉਹ ਵਾਲਦਾ ਦੇ ਨਾਮ ਲਾਤੀਆਂ। ਆਪ ਤੇ ਉਹ ਬੈਰੂਨੇ ਮੁਲਕ ਕਦੇ ਇੱਧਰ ਉੱਧਰ, ਉਹ ਮਕਸਦ ਇਹ ਆ ਕਿ ਸਾਰੀ ਦਿਹਾੜੀ ਉਹ ਉਸ ਸਿਲਸਿਲੇ ਨਾਲ ਬਾਹਰ ਰਹਿੰਦੀ ਸੀ। ਲੇਕਿਨ ਕਹਿੰਦੇ ਆ ਕਿ ਉਹਦੀ ਜ਼ਬਾਨੀ ਮੈਂ ਦੱਸ ਰਿਹਾ ਇਹ ਕਿ ਦੱਸਦੇ ਆ ਕਿ ਨਾ ਇੱਕ ਦਿਨ ਇਸ ਤਰ੍ਹਾਂ ਹੀ ਉਹ ਘਰ ਆਈ ਆ ਤੇ ਉਹਦੇ ਜਿਹੜੇ ਭੈਣ ਭਰਾ ਸੀ ਨਾ, ਸੁਤੇਲੇ ਸੀ, ਉਹ ਵਾਲਦਾ ਵੱਲੋਂ ਸੁਤੇਲੇ ਸੀ। ਉਹਨਾਂ ਨੇ ਕਿਹਾ ਵੀ ਤੇਰਾ ਇੱਥੇ ਕੁਛ ਨਹੀਂ ਹੈਗਾ, ਨਿਕਲ ਜਾ ਬਾਹਰ ਇੱਥੋਂ। ਤੇ ਵਾਲਦਾ ਜਿਹੜੀ ਸੀ ਉਦੋਂ ਡੈਥ ਹੋ ਚੁੱਕੀ ਸੀ। ਵਾਲਦਾ ਨੇ ਅਗਰ ਜਦੋਂ ਜ਼ਿੰਦਾ ਸੀ ਵਾਲਦਾ, ਉਹਨੂੰ ਪੁੱਛਿਆ ਗਿਆ ਵੀ ਮੇਰੇ ਨਾਲ ਇਹ ਸਲੂਕ ਕਿਉਂ ਹੋ ਰਿਹਾ, ਇਹਨਾਂ ਦੇ ਨਾਮ ਕਿਵੇਂ ਹੋ ਗਿਆ, ਮੈਂ ਤੇ ਤੇਰੇ ਨਾਂ ਕਰਵਾਇਆ ਸੀ। ਉਹਨੇ ਕਿਹਾ ਮੇਰੇ ਲੋਕ ਸੀ ਉਸ ਵੇਲੇ, ਉਹ ਵੀ ਉਹਨਾਂ ਦੇ ਨਾਲ ਮਿਲੇ ਹੋਏ ਸੀ। ਇਹ ਸਾਰਾ ਕੰਮ 2 ਨੰਬਰੀ ਨਾਲ ਹੋਇਆ ਵਾ, 1 ਨੰਬਰੀ ਨਾਲ ਨਹੀਂ। ਠੀਕ ਆ ਜੀ, ਕਿਉਂਕਿ ਉਹਦੇ ਕੋਲ ਅਸਲ ਸਲੂਕ ਨਹੀਂ ਸੀ ਰਹਿ ਗਿਆ, ਖਤਮ ਹੋ ਗਿਆ। ਹੱਤਾਂ ਕਿ ਇੱਕ ਦਿਨ ਐਸਾ ਦੌਰ ਵੀ ਆਇਆ ਕਿ ਉਹਨੂੰ ਜਿਹੜਾ ਨਾ ਗੇਟ 'ਤੇ ਰੋਕ ਲਿਆ ਗਿਆ ਕਿ ਹੁਣ ਤੂੰ ਦੁਬਾਰਾ ਇੱਥੇ ਨਹੀਂ ਆਉਣਾ, ਤੇਰਾ ਇਹ ਘਰ ਖਤਮ ਹੋ ਚੁੱਕਿਆ ਵਾ। ਦੇਖੋ ਜੀ, ਉਹਨੇ ਪੁੱਛਿਆ, ਦੱਸਿਆ, ਉਹਨੇ ਕਿਹਾ ਵੀ ਨਹੀਂ ਇਹ ਸਭ ਕੁਝ ਸਾਡਾ ਹੈਗਾ ਵਾ। ਖੈਰ ਉਹ ਦਿਲ ਬਰਦਾਸ਼ਤ ਹੋਈ, ਦਿਲ ਬਰਦਾਸ਼ਤ ਹੋ ਗਿਆ, ਕਿਉਂਕਿ ਜਦੋਂ ਬੰਦਾ ਸੁਪਰਸਟਾਰ ਹੁੰਦਾ ਨਾ, ਵੱਡਾ ਨਾਮ ਹੁੰਦਾ, ਉਦੋਂ ਦੋਸਤ ਵੀ ਹਜ਼ਾਰਾਂ ਹਾਂ ਹੁੰਦੇ ਆ। ਤੇ ਜਦੋਂ ਕੋਲ ਕੁਛ ਨਹੀਂ ਹੁੰਦਾ, ਉਦੋਂ ਬਹੁਤ ਬਹੁਤ ਸਕੇ ਦੋਸਤ ਜਿਹੜੇ ਆ ਉਹ ਵੀ ਛੋੜ ਜਾਂਦੇ ਆ। ਅੱਛਾ ਜੀ, ਇੱਕ ਦੋਸਤ ਸੀ, ਉਹ ਦੱਸਦੀ, ਉਹ ਆਈ ਆ, ਉਹ ਕਹਿੰਦੀ ਤੂੰ ਛੱਡ, ਕੋਈ ਗੱਲ ਨਹੀਂ, ਅੱਲਾ ਰਹਿਮਤ ਕਰੇਗਾ, ਸ਼ਾਇਦ ਕੁਛ ਬਣ ਹੀ ਜਾਏ, ਆ ਮੇਰੇ ਘਰ ਆ ਜਾ। ਉਹ ਲੈ ਗਈ ਆ ਨਾਲ ਉਹਨੂੰ। ਉਹਨੇ, ਕਿਉਂਕਿ ਦੇਖੋ ਜਿਹਦੀ ਇੰਨੀ ਜਾਇਦਾਦ ਹਥਿਆਈ ਗਈ ਹੋਵੇ, ਉਹ ਯਕੀਨਨ ਬੰਦਾ ਬੜਾ ਅਪਸੈਟ ਹੁੰਦਾ, ਉਹਨੂੰ ਨੀਂਦ ਨਹੀਂ ਆਉਂਦੀ, ਨੀਂਦ ਦਾ ਮਸਲਾ ਬਣ ਜਾਂਦਾ, ਉਹ ਜਾਗਦਿਆਂ ਹੋਇਆਂ ਹੀ ਟਾਈਮ ਗੁਜ਼ਰਦਾ। ਉਹਨੇ ਇਸ ਚੀਜ਼ ਦਾ ਨਾ ਸਹਾਰਾ ਲੈਂਦਿਆਂ ਹੋਇਆਂ ਉਹਦੀ ਦੋਸਤ ਨੇ ਉਹਨੂੰ ਕਿਹਾ ਇਹ ਚੀਜ਼ ਕੋਈ ਖਾ, ਤੈਨੂੰ ਨੀਂਦ ਆ ਜਾਏਗੀ, ਤੂੰ ਸਕੂਨ ਨਾਲ ਸੋਏਂਗੀ। ਉਹ ਦੱਸਦੀ ਆ ਕਿ ਮੈਂ ਉਹ ਚੀਜ਼ ਉਹਦੀ ਖਾਧੀ ਆ, ਗੋਲੀਆਂ ਸੀ, ਟੈਬਲੇਟ ਸੀ, ਕੋਈ ਨਸ਼ਾਵਰ ਚੀਜ਼ ਸੀ, ਕੀ ਸੀ ਉਹ। ਜਦੋਂ ਖਾ ਲਿਆ ਨਾ ਤੇ ਉਹ ਸੌਂ ਗਈ ਆ। ਅਗਲੇ ਦਿਨ ਉਹਨੂੰ ਫਿਰ ਜ਼ਰੂਰਤ ਪਈ ਆ, ਅਗਲੇ ਦਿਨ ਉਹਨੂੰ ਫਿਰ ਜ਼ਰੂਰਤ ਪਈ ਆ। ਜਦੋਂ ਜ਼ਰੂਰਤ बढ़ਦੀ ਰਹੀ ਤਾਂ ਪਤਾ ਲੱਗਾ ਵੀ ਉਹ ਕੋਈ ਨਸ਼ਾਵਰ ਚੀਜ਼ ਸੀ, ਕੋਈ ਐਸੀ ਨਸ਼ਾਵਰ ਕਿ ਜਿਹੜੀ ਬੰਦੇ ਨੂੰ ਜਦੋਂ ਲੱਗ ਜਾਂਦੀ ਆ ਫਿਰ ਉਹ ਬੰਦ ਨਹੀਂ ਕਰ ਸਕਦਾ ਉਹਨੂੰ। ਲਓ ਜੀ, ਉਹ ਨਸ਼ਾ ਕਰਦਿਆਂ 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 ਖਤਮ ਹੋ ਗਿਆ, ਭੁੱਲ ਗਿਆ ਉਹਨੂੰ ਕਿਹੜੀਆਂ ਕੋਠੀਆਂ ਤੇ ਕਿਹੜੇ ਗੱਡੀਆਂ ਤੇ ਕਿਹੜੀਆਂ ਚੀਜ਼ਾਂ। ਅੱਜ ਉਹੀ ਆਂਚਲ ਖਾਨ ਤੁਸੀਂ ਫੁੱਟਪਾਥ 'ਤੇ ਦੇਖੋਗੇ। ਸ਼ਾਇਦ ਤੁਸੀਂ ਇਸ ਵੀਡੀਓ 'ਚ ਪਹਿਲਾ ਕਲਿੱਪ ਦੇਖ ਵੀ ਲਿਆ ਹੋਏਗਾ। ਔਰ ਕਿਉਂਕਿ ਸਾਨੂੰ ਇੰਨੀ ਇਜਾਜ਼ਤ ਨਹੀਂ ਹੁੰਦੀ ਕਿ ਅਸੀਂ ਅੰਦਰ ਇਹਦੇ ਵੀਡੀਓ ਭਰਪੂਰ ਤਰੀਕੇ ਨਾਲ ਜਿਹੜਾ ਤੁਹਾਨੂੰ ਦਿਖਾ ਸਕੀਏ। ਤੁਸੀਂ ਜਾ ਸਕਦੇ ਹੋ, ਦੇਖ ਸਕਦੇ ਹੋ ਕਿ ਅੱਜ ਉਹਦੀ ਜ਼ਿੰਦਗੀ ਫੁੱਟਪਾਥ 'ਤੇ ਗੁਜ਼ਰ ਰਹੀ ਆ। ਉਹ ਫੁੱਟਪਾਥ 'ਤੇ ਬੈਠੀ ਆ। ਜੇ ਕੋਈ ਖਾਣਾ ਦੇ ਗਿਆ, ਕੋਈ ਸੁੱਟ ਗਿਆ ਤੇ ਖਾ ਲਿਆ, ਨਾ ਤੇ ਨਾ ਸਹੀ, ਬਸ ਨਸ਼ਾ ਔਰ ਫੁੱਟਪਾਥ। ਤੇ ਜਨਾਬ ਗੱਲ ਇਹ ਹੈਗੀ ਆ ਕਿ ਕੋਸ਼ਿਸ਼ ਕਰੋ ਕਿ ਦੋਸਤੀਆਂ ਉਹ ਜ਼ਿੰਦਗੀ 'ਚ ਉਤਾਰ ਚੜਾਓ ਆਉਂਦੇ ਰਹਿੰਦੇ ਆ, ਪਰ ਦੋਸਤੀਆਂ ਗਲਤ ਨਾ ਬਣਾਓ। ਗਲਤ ਦੋਸਤ ਨਾਲ ਬੈਠੋ ਉੱਠੋ ਨਾ। ਇਹ ਦੋਸਤ ਹੀ ਹੁੰਦੇ ਆ ਜਿਹੜੇ ਆ ਦੀਨੋ ਦੁਨੀਆ ਖਰਾਬ ਕਰ ਦਿੰਦੇ ਆ ਬੰਦੇ ਦਾ। ਮਕਸਦ ਇਹ ਛੋਟਾ ਜਿਹਾ ਇੱਕ ਮੈਸੇਜ ਸੀ। ਮੈਸੇਜ 'ਚ ਮੇਰਾ ਸਿਰਫ ਇਹੀ ਸੀ ਕਿ ਗਲਤ ਦੋਸਤੀਆਂ ਤੋਂ ਬਚੋ। ਇਹ ਦੋਸਤੀਆਂ ਬੰਦੇ ਨੂੰ ਕਿਸੇ ਜੋਗਾ ਨਹੀਂ ਰਹਿਣ ਦਿੰਦੀਆਂ। ਠੀਕ ਆ ਜੀ, ਬਸ ਅੱਲਾ ਪਾਕ ਉਹਦੀ ਮਦਦ ਕਰਨ ਵਾਲਾ। ਹੋ ਸਕਦਾ ਕਿ ਜਿਹੜੇ ਹਾਲਾਤ ਪਹਿਲੇ ਸੀ ਹੋ ਸਕਦਾ ਫਿਰ ਹੋ ਜਾਣ, ਲੇਕਿਨ ਉਹਦੀ ਸੂਰਤ ਹਾਲ ਤਾਂ ਇੰਨੀ ਖਰਾਬ ਹੋ ਚੁੱਕੀ ਆ ਕਿ ਉਹ ਹੁਣ ਬਚਾਏ ਲੱਗਦੀ ਤੇ ਨਹੀਂ ਕਿਸੇ ਕੰਮ ਦੀ, ਜਾਂ ਕਿਸੇ ਦੁਬਾਰਾ ਕੰਮ ਕਰ ਸਕੇ ਕੋਈ। ਉਹ ਬਾਹਰ ਕਹਿੰਦੇ ਆ ਕਿ ਉਹਦਾ ਇਲਾਜ ਵੀ ਹੋ ਰਿਹਾ ਵਾ, ਔਰ ਕੋਈ ਮੁਖੱਈਰ ਹਜ਼ਰਾਤ ਉਹਦੀ ਰਹਿਮਦਿਲੀ ਦੇਖ ਕੇ, ਉਹ ਰਹਿਮਦਿਲੀ ਆਪਣੀ ਜਾਂ ਉਹਦੀ ਹਾਲਤ ਦੇਖਦਿਆਂ ਹੋਇਆਂ ਉਹਦਾ ਇਲਾਜ ਕਰਵਾ ਰਹੇ ਆ। ਲੇਕਿਨ ਹੋ ਵੀ ਗਿਆ ਤੇ ਕਿਸੇ ਕਮਰੇ 'ਚ ਆਪਣੀ ਬਕਾਇਆ ਜ਼ਿੰਦਗੀ ਕੱਟ ਕੇ ਚਲੀ ਜਾਵੇਗੀ। 35 ਸਾਲ ਦੀ ਉਮਰ ਦੱਸਦੇ ਆ ਇਸ ਟਾਈਮ ਆ ਕਿ ਜਿਹੜੀ ਉਹਦੀ 35 ਸਾਲ ਦੀ ਉਮਰ 'ਚੋਂ 80 ਸਾਲ ਦੇ ਬਰਾਬਰ ਲੱਗ ਰਹੀ ਹੈ। ਠੀਕ ਆ ਜਨਾਬ, ਇਹ ਥੋੜ੍ਹਾ ਜਿਹਾ ਇੱਕ ਮੈਸੇਜ ਸੀ ਕਿ ਗਲਤ ਦੋਸਤੀਆਂ ਤੋਂ ਔਰ ਗਲਤ ਅਜ਼ੀਜ਼ੋ ਅਕਾਰਬ ਔਰ ਆਪਣੇ ਪਰਾਏ ਜਿਹੜੇ ਸਿਰਫ ਤੁਹਾਨੂੰ ਕਿਸੇ ਮਤਲਬ ਤਹਿਤ ਦੇਖ ਰਹੇ ਉਹਨਾਂ ਤੋਂ ਬਚੋ। ਓਕੇ ਜੀ, ਦੱਸਿਓ ਕਮੈਂਟਸ ਕਰਕੇ ਕਿ ਤੁਹਾਨੂੰ ਇਹ ਛੋਟੀ ਜਿਹੀ ਸਟੋਰੀ ਕੈਸੀ ਲੱਗੀ ਆ। ਫਿਰ ਕਿਸੇ ਨਵੀਂ ਸਟੋਰੀ ਨਾਲ ਮੁਲਾਕਾਤ ਹੋਏਗੀ। ਉਨੀ ਦੇਰ ਤੱਕ ਅਸਲਾਮੁ ਅਲੈਕੁਮ।